फीस की अगर ਅਸੀਂ ਗੱਲ ਕਰੀਏ ਤਾਂ ਅਸੀਂ बहुत ही नॉमिनल फीस ਰੱਖੀ ਹੈਗੀ ਹੈ ਕਿ ਅਗਰ ਆਪਾਂ ਗੱਲ ਕਰੀਏ ਕਿ ਜੋ ਐਨੂਅਲ ਚਾਰजेस ਹੈਗੇ ਆ ਉਹ ਅਸੀਂ ਖਤਮ ਕਰ ਦਿੱਤੇ ਆ। ਤਾਂ ਜਿੱਦਾਂ ਕਿ ਮੈਂ ਓਵਰਸੀਜ਼ ਐਜੂਕੇਸ਼ਨ ਤੋਂ ਜੁੜਿਆ ਤਾਂ ਅਸੀਂ ਹਰ ਕੰਟਰੀ ਦੇ ਸਕੂਲਸ ਵਿਜ਼ਿਟ ਕਰੀਦੇ ਆ, ਯੂਨੀਵਰਸਿਟੀਜ਼ ਵਿਜ਼ਿਟ ਕਰੀਦੇ ਆ, ਉਹਨਾਂ ਦਾ ਪੜ੍ਹਾਉਣ ਦਾ ਪੈਟਰਨ ਕੀ ਹੈਗਾ ਤਾਂ ਉਹਨੂੰ ਕੁਝ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਬੱਚਿਆਂ ਨੂੰ ਕੁਝ ਨਵਾਂ ਦੇਣ ਦੀ ਕੋਸ਼ਿਸ਼ ਕੀਤਾ ਕਿ ਜੋ ਆਪਣੇ ਬੱਚੇ ਹੈ ਉਹ ਪਹਿਲੇ ਫਸਟ ਕਲਾਸ ਤੋਂ ਹੀ ਇੱਕ ਪ੍ਰੈਸ਼ਰ ਲੈਣ ਲੱਗ ਜਾਂਦਾ ਹੈਗਾ ਪੜ੍ਹਾਈ ਨੂੰ ਲੈ ਕੇ ਹੋ ਗਿਆ, ਚਾਹੇ ਉਹਦੇ ਅੱਗੇ ਪੈਰੈਂਟਸ ਨੂੰ ਹੋ ਗਿਆ ਕਿ ਪੈਰੈਂਟਸ ਨੂੰ ਇਹ ਰਹਿੰਦਾ ਕਿ ਮੇਰਾ ਬੱਚਾ ਕਿਤੇ ਨਾ ਕਿਤੇ ਫਸਟ ਆਵੇ ਕਲਾਸ ਦੇ ਵਿੱਚ। ਉਹ ਸਾਰਾ ਹੀ ਅਸੀਂ ਜਿਹੜਾ ਰੱਖਿਆ ਹੈ ਇੱਕ ਇੰਟਰਨੈਸ਼ਨਲ ਪੈਟਰਨ ਤੇ ਵਰਲਡ ਕਲਾਸ ਇਨਫਰਾਸਟ੍ਰਕਚਰ ਨੂੰ ਪਹਿਲਾਂ ਸੈਟਅਪ ਕੀਤਾ ਹੈਗਾ। ਲਾਈਕ ਅਗਰ ਅਸੀਂ ਆਪਣਾ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਤਾਂ ਸਾਰਾ ਆਟੋਮੈਟਿਕ ਹੈਗਾ ਆ, ਕੁਝ ਵੀ ਚੀਜ਼ ਟੱਚ ਕਰਨ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਸਾਰਾ ਹੀ ਉਹ ਸੈਂਸਰ ਬੇਸਡ ਸਿਸਟਮ ਹੈਗਾ, ਈਵਨ ਸਾਡੇ ਜੋ ਮੇਨ ਗੇਟਸ ਹੈ ਉਹ ਵੀ ਸੈਂਸਰ ਬੇਸਡ ਹੀ ਸਾਰੇ ਖੁੱਲਣ ਕਰ ਰਹੇ ਕਿ ਜਿਹੜਾ ਸਾਡਾ ਕਿੰਡਰਗਾਰਟਨ ਸੈਕਸ਼ਨ ਹੈ ਉਹ ਅਸੀਂ ਬਿਲਕੁਲ ਹੀ ਬੁੱਕ ਫ੍ਰੀ ਕਰ ਦਿੱਤਾ ਹੈਗਾ। ਔਰ ਜਿਹੜਾ ਸਾਡਾ ਹਾਇਰ ਐਜੂਕੇਸ਼ਨ ਹੈਗੀ ਹੈ, ਲਾਈਕ ਆਪਾਂ ਗੱਲ ਕਰੀਏ ਕਿ ਫਸਟ ਤੋਂ ਲੈ ਕੇ ਜੋ 8 ਤੱਕ ਸਾਡੀਆਂ ਕਲਾਸਿਸ ਹੈਗੀਆਂ ਨੇ ਉਹ 'ਚ ਵੀ ਅਸੀਂ ਜੋ ਬੁੱਕਸ ਹੈ ਉਹ 50% ਲੈਸ ਕਰ ਦਿੱਤੀਆਂ। ਅਗਰ ਤੁਸੀਂ ਕਿਸੇ ਵੀ ਸਕੂਲ ਦਾ ਇੱਕ ਬੁੱਕਸ ਦਾ ਸੈਟਅਪ ਦੇਖੋਗੇ ਕਿ ਮੰਨ ਲਓ ਉੱਥੇ 10 ਬੁੱਕਸ ਨੇ ਤਾਂ ਸਾਡੇ ਕੋਲ 5 ਹੀ ਬੁੱਕਸ ਨੇ। ਕਿ ਹੁੰਦਾ ਕੀ ਹੈ ਕਿ ਮੰਨ ਲਓ ਬੱਚੇ ਨੂੰ ਅਸੀਂ ਕੋਈ ਚੀਜ਼ ਪੜ੍ਹਾ ਦਿੱਤੀ ਪਰ ਬੱਚੇ ਨੂੰ ਪਤਾ ਹੀ ਨਹੀਂ ਕਿ ਐਗਜ਼ੈਕਟ ਦੇ ਵਿੱਚ ਉਹ ਕਿੱਦਾਂ ਦੀ ਹੈਗੀ ਹੈ ਦੇਖਣ ਦੇ ਵਿੱਚ। ਤਾਂ ਮੇਜਰ ਕੀ ਹੈ ਕਿ ਜਦ ਅਸੀਂ ਬੱਚੇ ਨੂੰ ਵਿਜ਼ੂਅਲਾਈਜ਼ ਕਰਾਵਾਂਗੇ, ਪ੍ਰੈਕਟੀਕਲੀ ਪੜਾਵਾਂਗੇ ਤਾਂ ਉਹਦੀ ਰਿਟੇਨਿੰਗ ਪਾਵਰ ਜਿਹੜੀ ਉਹ ਜ਼ਿਆਦਾ ਹੋਏਗੀ। ਮਿਡਲ ਕਲਾਸ ਬੱਚਾ ਵੀ ਔਰ ਇੱਕ ਹਾਇਰ ਕਲਾਸ ਬੱਚਾ ਵੀ ਦੋਨੋਂ ਐਜੂਕੇਸ਼ਨ ਲੈ ਸਕਣ, ਕਿਉਂਕਿ ਮੇਜਰਲੀ ਹੁੰਦਾ ਕਿ ਇਹ ਹਾਇਰ ਕਲਾਸ ਬੰਦਾ ਤਾਂ ਅਫੋਰਡ ਕਰ ਲੈਂਦਾ ਹੈ ਕਿ ਉਹ ਵੱਡੇ ਸਕੂਲਾਂ 'ਚ ਪੜ੍ਹਾ ਲੇ, ਸਾਰੀ ਫੈਸਿਲਿਟੀਜ਼ ਦੇ ਲੇ, ਪਰ ਇੱਕ ਜੋ ਮਿਡਲ ਕਲਾਸ ਬੰਦਾ ਹੈ ਉਹਨੂੰ ਨਹੀਂ ਅਫੋਰਡ ਕਰ ਪਾਉਂਦਾ। ਤਾਂ ਸੈਂਸਰੀ ਪਾਥ ਦੇ ਉੱਪਰ ਉਹਨੂੰ ਵਾਕ ਕਰਾ ਕੇ ਲੈ ਕੇ ਜਾਏਗਾ ਤਾਂ ਬੱਚਾ ਜਦ ਏ ਤੇ ਪੈਰ ਰੱਖੇਗਾ ਤਾਂ ਉਹਨੂੰ ਪਤਾ ਲੱਗੇਗਾ ਕਿ ਇਹ ਏ ਹੈ ਤੇ ਬੀ ਹੈ। ਉਹਨੂੰ ਪ੍ਰੈਕਟੀਕਲੀ ਮਤਲਬ ਉਹਨੂੰ ਖਿਲਾ ਕੇ ਪੜਾਵਾਂਗੇ ਅਸੀਂ। ਲਰਨਿੰਗ ਵਿਦ ਫਨ ਦਾ ਜੋ ਇੱਕ ਟੈਗਲਾਈਨ ਦਿੱਤੀ ਹੈ ਕਿ ਉਹਨੂੰ ਅਸੀਂ ਲਰਨਿੰਗ ਵੀ ਕਰਾਵਾਂਗੇ ਔਰ ਫਨ ਵੀ ਕਰਾਵਾਂਗੇ। ਦੇਸ਼ਾਂ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਮੈਂ ਹਰਵਿੰਦਰ ਸਿੰਘ ਚਾਵਲਾ ਆਪ ਜੀ ਨਾਲ ਫੇਰ ਰੂਬਰੂ ਹੈਗਾ ਆ। ਸਗਤ ਜੀ, ਅੱਜ ਅਸੀਂ ਮੌਜੂਦ ਹੈਗੇ ਆ ਕਾਸ਼ੀਪੁਰ ਦੇ ਵਿੱਚ। ਬਹੁਤ ਦਿਨਾਂ ਤੋਂ ਮੈਂ ਇੱਕ ਚਰਚਾ ਸੁਣ ਰਿਹਾ ਸੀ ਕਿ ਕਾਸ਼ੀਪੁਰ ਦੇ ਵਿੱਚ ਇੱਕ ਐਸਾ ਸਕੂਲ ਖੋਲ੍ਹਿਆ ਜਾ ਰਿਹਾ ਜੋ ਕਿ ਆਲੇ ਦੁਆਲੇ ਉਹਦੀ ਕੋਈ ਮਿਸਾਲ ਨਹੀਂ ਮਿਲਦੀ। ਬਹੁਤ ਚਰਚਾ ਸੁਣੀ ਸੀ, ਬਹੁਤ ਤਾਰੀਫ ਸੁਣੀ ਸੀ। ਸੋ ਸਪੈਸ਼ਲ ਸਾਡੀ ਟੀਮ ਅੱਜ ਪਹੁੰਚੀ ਹੈ ਕਾਸ਼ੀਪੁਰ ਦੇ ਵਿੱਚ ਏਕ ਓਮਕਾਰ ਗਲੋਬਲ ਸਕੂਲ ਦੇ ਨਾਮ ਤੋਂ, ਗਲੋਬਲ ਵਰਡ ਦੇ ਨਾਮ ਤੋਂ। ਸੋ ਅਜੇ ਜਿਹੜਾ ਕੰਮ ਇਹਦਾ ਚੱਲ ਰਿਹਾ, ਅਪ੍ਰੈਲ ਨੂੰ ਇਹਦੀ ਓਪਨਿੰਗ ਹੈਗੀ ਹੈ ਅਤੇ ਬਹੁਤ ਯੁੱਧ ਸਤਰ 'ਤੇ ਇਹਦਾ ਕੰਮ ਚੱਲ ਰਿਹਾ। ਕਿਉਂਕਿ ਜੋ ਅਸੀਂ ਸੁਣਿਆ ਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਵੱਡਾ ਤੁਸੀਂ ਇਨਫਰਾਸਟਰਕਚਰ ਦੇਖ ਰਹੇ ਹੋ, ਬਹੁਤ ਵੱਡੀ ਬਿਲਡਿੰਗ ਜਿਹੜੀ ਹੈ ਉਹ ਤਿਆਰ ਕਰ ਦਿੱਤੀ ਗਈ ਹੈ ਅਤੇ ਜਿਹਦੇ ਵਿੱਚ ਪੰਜਾਬੀ ਕਲਾਸਾਂ ਵੱਲ ਵੀ ਖਾਸ ਰੁਝਾਨ ਹੈਗਾ ਆ। ਅਤੇ ਸਾਰੀ ਡਿਟੇਲ ਆਪਾਂ ਪਤਾ ਕਰਾਂਗੇ ਸਕੂਲ ਦੇ ਜਿਹੜੇ ਓਨਰ ਹੈਗੇ ਆ। ਅਤੇ ਕਈ ਚੀਜ਼ਾਂ ਐਸੀਆਂ ਹੈਗੀਆਂ ਕਿ ਜਿਹੜੀ ਪਹਿਲੀ ਵਾਰ ਇਸ ਇਲਾਕੇ ਦੇ ਵਿੱਚ, ਇਸ ਸਕੂਲ ਦੇ ਵਿੱਚ ਮਿਲਣ ਜਾ ਰਹੀਆਂ ਨੇ। ਸੋ ਸਾਰੀ ਡਿਟੇਲ ਆਪਾਂ ਪਤਾ ਕਰਾਂਗੇ ਜਿਹੜੇ ਸਕੂਲ ਦੇ ਓਨਰ ਹੈਗੇ ਆ ਸਰਦਾਰ ਸੁਖਵਿੰਦਰ ਸਿੰਘ ਜੀ, ਜਿਹੜੇ ਕਿ ਏਮ ਓਵਰਸੀਜ਼ ਦੇ ਨਾਮ ਤੋਂ ਕਾਸ਼ੀਪੁਰ, ਪੂਰਨਪੁਰ ਅਤੇ ਰੁਦਰਪੁਰ ਦੇ ਵਿੱਚ ਬਹੁਤ ਵਧੀਆ ਸੇਵਾਵਾਂ ਦੇ ਰਹੇ ਨੇ, ਜਿਨ੍ਹਾਂ ਨੇ ਬਾਹਰ ਕਿਤੇ ਜਾਣਾ ਹੁੰਦਾ ਆ। ਸੋ ਉਹਨਾਂ ਦੇ ਕੋਲ ਆਉਂਦੇ ਆ ਅਤੇ ਉਹਨਾਂ ਦੇ ਨਾਲ ਹੀ ਉਹਨਾਂ ਦੀ ਜ਼ਬਾਨੀ ਆਪਾਂ ਸੁਣਾਂਗੇ ਕਿ ਇਸ ਸਕੂਲ ਦੇ ਵਿੱਚ ਕੀ ਕੀ ਖਾਸੀਅਤ ਹੈਗੀਆਂ। ਸੋ ਸਾਡੇ ਨਾਲ ਮੌਜੂਦ ਹੈਗੇ ਨੇ ਸਰਦਾਰ ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬਹੁਤ ਤਾਰੀਫ ਸੁਣ ਰਿਹਾ ਕੁਝ ਦਿਨਾਂ ਤੋਂ ਕਿ ਕਾਸ਼ੀਪੁਰ ਦੇ ਇਲਾਕੇ ਦੇ ਵਿੱਚ ਇੱਕ ਆਪਾਂ ਕਹਿ ਸਕਦੇ ਵਰਲਡ ਕਲਾਸ ਸਕੂਲ ਖੁੱਲ੍ਹਣ ਜਾ ਰਿਹਾ ਅਤੇ ਸਪੈਸ਼ਲ ਅਸੀਂ ਅੱਜ ਆਏ ਹਾਂ ਅਤੇ ਤੁਹਾਡੇ ਤੋਂ ਪੁੱਛਾਂਗੇ, ਆਪਾਂ ਚੱਲਦੇ ਰਹਾਂਗੇ ਨਾਲ ਆਪਾਂ ਤੁਹਾਨੂੰ ਬਿਲਡਿੰਗ ਵੀ ਦਿਖਾਉਂਦੇ ਰਹਾਂਗੇ ਨਾਲ। ਅਤੇ ਸਭ ਤੋਂ ਪਹਿਲਾਂ ਤਾਂ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਹੈਗੀ ਸਕੂਲ ਦੇ ਬਾਰੇ ਦੇ ਵਿੱਚ? ਭਾਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਨੇ ਇੱਥੇ ਦਰਸ਼ਨ ਦਿੱਤੇ ਆ। ਹਾਂਜੀ, ਕੁਛ ਨਵਾਂ ਕਰਨ ਦੀ ਸੋਚ ਰਹੇ ਹਾਂ ਪਹਿਲੀ ਵਾਰ, ਬਿਕੋਜ਼ ਅਗਰ ਆਪਾਂ ਗੱਲ ਕਰੀਏ ਕਿ ਆਪਣੇ ਇੱਥੇ ਜੋ ਐਜੂਕੇਸ਼ਨ ਸਿਸਟਮ ਹੈਗਾ ਉਹ ਆਪਾਂ ਨੂੰ ਵੀ ਪਤਾ ਕਿ ਸਾਰਾ ਬੁੱਕਸ ਔਰ ਥਿਓਰੀਟੀਕਲ ਬੇਸ ਹੈਗਾ। ਤਾਂ ਜਿੱਦਾਂ ਕਿ ਮੈਂ ਓਵਰਸੀਜ਼ ਐਜੂਕੇਸ਼ਨ ਤੋਂ ਜੁੜਿਆ ਤਾਂ ਅਸੀਂ ਹਰ ਕੰਟਰੀ ਦੇ ਸਕੂਲਸ ਵਿਜ਼ਿਟ ਕਰੀਦੇ ਹਾਂ, ਯੂਨੀਵਰਸਿਟੀਜ਼ ਵਿਜ਼ਿਟ ਕਰੀਦੀ ਆ, ਉਹਨਾਂ ਦਾ ਪੜ੍ਹਾਉਣ ਦਾ ਪੈਟਰਨ ਕੀ ਹੈਗਾ ਤਾਂ ਉਹਨੂੰ ਕੁਛ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਬੱਚਿਆਂ ਨੂੰ ਕੁਛ ਨਵਾਂ ਦੇਣ ਦਾ ਕੋਸ਼ਿਸ਼ ਕੀਤਾ ਕਿ ਜੋ ਆਪਣੇ ਬੱਚੇ ਹੈ ਉਹ ਪਹਿਲੇ ਫਸਟ ਕਲਾਸ ਤੋਂ ਹੀ ਇੱਕ ਪ੍ਰੈਸ਼ਰ ਲੈਣ ਲੱਗ ਜਾਂਦਾ ਹੈਗਾ ਪੜ੍ਹਾਈ ਨੂੰ ਲੈ ਕੇ ਹੋ ਗਿਆ, ਚਾਹੇ ਉਹਦੇ ਅੱਗੇ
ਪੈਰੈਂਟਸ ਨੂੰ ਹੋ ਗਿਆ ਕਿ ਪੈਰੈਂਟਸ ਨੂੰ ਇਹ ਰਹਿੰਦਾ ਕਿ ਮੇਰਾ ਬੱਚਾ ਕਿਤੇ ਨਾ ਕਿਤੇ ਫਸਟ ਆਵੇ ਕਲਾਸ ਦੇ ਵਿੱਚ, ਜ਼ਿਆਦਾ ਤੋਂ ਜ਼ਿਆਦਾ ਨੰਬਰ ਲੈ ਕੇ ਆਵੇ, ਬਟ ਉਹ ਚੀਜ਼ਾਂ ਦੇ ਪਿੱਛੇ ਅਸੀਂ ਕਿਤੇ ਨਾ ਕਿਤੇ ਬੱਚੇ ਦਾ ਜੋ ਇੱਕ ਫਿਜ਼ੀਕਲ ਡਿਵੈਲਪਮੈਂਟ ਹੈਗਾ ਆ ਜਾਂ ਬੱਚੇ ਨੂੰ ਸਕਿੱਲ ਜਿਹੜੀਆਂ ਦੇਣੀਆਂ ਨੇ ਉਹ ਆਪਾਂ ਨਹੀਂ ਦੇ ਪਾਉਂਦੇ ਹੈਗੇ। ਤਾਂ ਉਹ ਸਾਰੀਆਂ ਚੀਜ਼ਾਂ ਤੇ ਇੱਕ ਰਿਸਰਚ ਕਰਨ ਦੇ ਬਾਅਦ ਅਸੀਂ ਇਹ ਇੱਕ ਆਪਣਾ ਡ੍ਰੀਮ ਪ੍ਰੋਜੈਕਟ ਸ਼ੁਰੂ ਕੀਤਾ ਹੈਗਾ। ਬਿਲਕੁਲ ਜੀ, ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਕੀ ਸਪੈਸ਼ਲ ਤੁਹਾਡੇ ਇੱਥੇ ਸਕੂਲ ਦੇ ਵਿੱਚ ਹੈਗਾ ਕਿ ਜੋ ਆਮ ਸਕੂਲਾਂ ਵਿੱਚ ਨਹੀਂ ਹੈ। ਤੁਸੀਂ ਜ਼ਰੂਰ ਆਪਣੀ ਜੁਆਇਨ, ਕਿਉਂਕਿ ਵੇਖੋ ਸਾਡੇ ਇਲਾਕੇ ਦਾ ਚ ਕਿੰਨਾ ਇੰਨਾ ਵਧੀਆ ਸਕੂਲ ਬਣਾਇਆ ਜਾ ਰਿਹਾ ਤੇ ਸਾਡੇ ਉਸ ਕਈਆਂ ਨੂੰ ਅਜੇ ਨਹੀਂ ਪਤਾ ਹੈਗਾ ਆ, ਕਿਉਂਕਿ 2021 ਬਾਅਦ ਦੇ ਨਵੇਂ ਐਡਮਿਸ਼ਨ ਵੀ ਸ਼ੁਰੂ ਹੋ ਚੁੱਕੇ ਨੇ ਸ਼ਾਇਦ, ਤੇ ਜਿਹੜੇ ਪਲਾਨ ਬਣਾ ਰਹੇ ਨੇ ਕਿ ਕਿਸੇ ਵਧੀਆ ਸਕੂਲ 'ਚ ਆਪਣਾ ਦਾਖਲਾ ਪਾਉਣਾ ਬੱਚੇ ਦਾ, ਤੇ ਤੁਸੀਂ ਦੱਸੋ ਕੀ ਤੁਹਾਡੇ ਕੋਲ ਐਸੀ ਖਾਸੀਅਤ ਹੈ ਸਕੂਲ ਦੇ ਵਿੱਚ ਜੋ ਕਿ ਦੂਜੀਆਂ ਸਕੂਲਾਂ ਦੇ ਵਿੱਚ ਵੇਖਣ ਨੂੰ ਨਹੀਂ ਮਿਲਦੀ? ਸਭ ਤੋਂ ਪਹਿਲਾਂ ਤਾਂ ਅਸੀਂ ਜਦ ਗੱਲ ਕਰਦੇ ਹਾਂ ਕਿ ਵਰਲਡ ਕਲਾਸ ਐਜੂਕੇਸ਼ਨ ਦੀ, ਤਾਂ ਉਹਦੇ ਲਈ ਸਾਡੇ ਕੋਲ ਪਹਿਲਾਂ ਤਾਂ ਵਰਲਡ ਕਲਾਸ ਇਨਫਰਾਸਟ੍ਰਕਚਰ ਚਾਹੀਦਾ ਹੁੰਦਾ। ਜਿੱਦਾਂ ਕਿ ਆਪ ਜੀ ਦੇਖ ਰਹੇ ਹੋ ਕਿ ਅਸੀਂ ਸਾਰਾ ਹੀ ਜੋ ਸਾਰਾ ਫਰੰਟ ਐਲੀਵੇਸ਼ਨ ਹੈ ਉਹ ਸਾਰਾ ਹੀ ਅਸੀਂ ਜਿਹੜਾ ਰੱਖਿਆ ਹੈ ਇੱਕ ਇੰਟਰਨੈਸ਼ਨਲ ਪੈਟਰਨ ਤੇ ਵਰਲਡ ਕਲਾਸ ਇਨਫਰਾਸਟ੍ਰਕਚਰ ਨੂੰ ਪਹਿਲਾਂ ਸੈਟਅਪ ਕੀਤਾ ਹੈਗਾ। ਲਾਈਕ ਅਗਰ ਅਸੀਂ ਆਪਣਾ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਤਾਂ ਸਾਰਾ ਆਟੋਮੈਟਿਕ ਹੈਗਾ ਆ। ਲਾਈਕ ਬੱਚੇ ਦੀ ਐਂਟਰੀ ਤੋਂ ਲੈ ਕੇ ਬੱਚੇ ਦੇ ਐਗਜ਼ਿਟ ਤੱਕ ਸਾਰਾ ਚੀਜ਼ ਆਟੋਮੈਟਿਕ ਹੈ। ਬੱਚੇ ਨੂੰ ਲਾਈਕ ਕੁਝ ਵੀ ਚੀਜ਼ ਟੱਚ ਕਰਨ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਸਾਰਾ ਹੀ ਉਹ ਸੈਂਸਰ ਬੇਸ ਸਿਸਟਮ ਹੈਗਾ। ਈਵਨ ਸਾਡੇ ਜੋ ਮੇਨ ਗੇਟਸ ਹੈ ਉਹ ਵੀ ਸੈਂਸਰ ਬੇਸ ਹੀ ਸਾਰੇ ਖੁੱਲਣਗੇ। ਮਤਲਬ ਜੋ ਫੋਰਨ ਕੰਟਰੀਆਂ ਜੋ ਚੱਲਣ 'ਚ ਹੈਗਾ ਉਹ ਸਾਰਾ ਕੁਝ ਤੁਹਾਡੇ ਸਕੂਲ 'ਚ ਮਿਲੇਗਾ? ਹਾਂਜੀ ਹਾਂਜੀ, ਉਹ ਸਾਰਾ ਮਿਲੇਗਾ। ਉਹਦੇ ਨਾਲ ਜੋ ਇੱਕ ਕੁਆਲਿਟੀ ਐਜੂਕੇਸ਼ਨ ਹੈਗਾ ਉਹ ਤੇ ਵੀ ਸਾਡੀ ਜੋ ਬੈਕਐਂਡ ਟੀਮ ਹੈ ਉਹ ਪ੍ਰੋਪਰ ਕੰਮ ਕਰ ਰਹੀ ਹੈਗੀ ਆ। ਅਗਰ ਆਪਾਂ ਕਰੀਏ ਕਿ ਨਵਾਂ ਕੀ ਦੇ ਰਹੇ ਹੈਗੇ, ਨਵਾਂ ਸਭ ਤੋਂ ਵੱਡੀ ਚੀਜ਼ ਹੈਗਾ ਕਿ ਜੋ ਸਾਡਾ ਸਿਸਟਮ ਹੈ ਬੁੱਕ ਫ੍ਰੀ ਔਰ ਬਸਤਾ ਫ੍ਰੀ ਕਹਿ ਸਕਦੇ ਹਾਂ। ਬੁੱਕ ਫ੍ਰੀ ਦਾ ਬਹੁਤ ਦੇਖਿਆ ਜਾਂਦਾ ਕਿ ਛੋਟੇ ਬੱਚਿਆਂ ਨੂੰ ਵੱਡੇ ਬੱਸੇ ਫੜਾ ਦਿੱਤੇ ਜਾਂਦੇ ਨੇ, ਵਿਚਾਰੇ ਖੇਡਣ ਕੁੱਦਣ ਦੀ ਉਹਨਾਂ ਦੀ ਉਮਰ ਹੁੰਦੀ ਹੈ ਤੇ ਬਹੁਤ ਵੱਡਾ ਬੋਝ ਜਿਹਾ ਹੁੰਦਾ ਹੈ, ਤੇ ਤੁਸੀਂ ਉਸ ਤੋਂ ਦੂਰ ਰੱਖੋਗੇ? ਹਾਂਜੀ ਹਾਂਜੀ, ਸਭ ਤੋਂ ਵੱਡੀ ਚੀਜ਼ ਅਸੀਂ ਇਹੀ ਕਰ ਰਹੇ ਹਾਂ ਕਿ ਲਾਈਕ ਛੋਟਾ ਬੱਚਾ ਹੁੰਦਾ, ਜਿੱਡਾ ਬੱਚਾ ਨਹੀਂ ਹੁੰਦਾ ਉਸ ਤੋਂ ਵੱਡਾ ਉਹਦਾ ਬੈਗ ਹੁੰਦਾ, ਗਲ ਦੇ ਵਿੱਚ ਉਹਦੇ ਬੋਟਲ ਹੁੰਦੀ ਹੈ, ਉਹ ਐ ਚੁੱਕ ਕੇ ਤੁਰਦਾ, ਸ਼ਾਮ ਤੱਕ ਜਦੋਂ ਘਰ ਪਹੁੰਚਦਾ ਤਾਂ ਬਿਲਕੁਲ ਐਗਜ਼ੌਸਟ ਹੋ ਚੁੱਕਿਆ ਹੁੰਦਾ। ਤਾਂ ਅਸੀਂ ਕੀ ਉਸ ਸਿਸਟਮ ਨੂੰ ਕਰ ਰਹੇ ਹਾਂ ਕਿ ਜਿਹੜਾ ਸਾਡਾ ਕਿੰਡਰਗਾਰਟਨ ਸੈਕਸ਼ਨ ਹੈ ਉਹ ਅਸੀਂ ਬਿਲਕੁਲ ਹੀ ਬੁੱਕ ਫ੍ਰੀ ਕਰ ਦਿੱਤਾ ਹੈਗਾ। ਔਰ ਜਿਹੜਾ ਸਾਡਾ ਹਾਇਰ ਐਜੂਕੇਸ਼ਨ ਹੈਗੀ ਆ, ਲਾਈਕ ਆਪਾਂ ਗੱਲ ਕਰੀਏ ਕਿ ਫਸਟ ਤੋਂ ਲੈ ਕੇ ਜੋ 8 ਤੱਕ ਸਾਡੀਆਂ ਕਲਾਸਿਸ ਹੈਗੀਆਂ ਨੇ ਉਹ 'ਚ ਵੀ ਅਸੀਂ ਜੋ ਬੁੱਕਸ ਹੈ ਉਹ 50% ਲੈਸ ਕਰ ਦਿੱਤੀਆਂ। ਅਗਰ ਤੁਸੀਂ ਕਿਸੇ ਵੀ ਸਕੂਲ ਦਾ ਇੱਕ ਬੁੱਕਸ ਦਾ ਸੈਟਅਪ ਦੇਖੋਗੇ ਕਿ ਮੰਨ ਲਓ ਉੱਥੇ 10 ਬੁੱਕਸ ਨੇ ਤਾਂ ਸਾਡੇ ਕੋਲ 5 ਹੀ ਬੁੱਕਸ ਨੇ। ਬੁੱਕਸ ਹੋਣੀਆਂ ਜ਼ਰੂਰੀ ਨੇ। ਭਾਜੀ ਨੂੰ ਕਹਾਂਗਾ ਕੈਮਰੇ ਵਿੱਚ ਵੀ ਤੁਸੀਂ ਵੀਰ ਜੀ ਇੱਧਰ ਨੂੰ ਆਏ, ਨਾਲ ਇਹਦਾ ਵੀ ਵਿਊ ਵੀ ਆਉਂਦਾ, ਕਿਉਂਕਿ ਬਿਲਡਿੰਗ ਤੁਹਾਡੀ ਬਹੁਤ ਸੋਹਣੀ ਬਣੀ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਬਿਲਡਿੰਗ ਜਿਹੜੀ ਹੈ ਉਹ ਨਾਲ ਦਿਸਦੀ ਰਹੇ। ਜੀ, ਬੁੱਕਸ ਦਾ ਮਤਲਬ ਕਿ ਸਾਡੇ ਕੋਲ ਸਿਰਫ ਜੋ ਬੱਚੇ ਨੂੰ ਕੰਪਲਸਰੀ ਬੁੱਕਸ ਨੇ ਉਹ ਹੈਗੀਆਂ ਨੇ, ਉਸ ਤੋਂ ਇਲਾਵਾ ਅਸੀਂ ਕੋਈ ਐਕਸਟਰਾ ਬੁੱਕ ਨਹੀਂ ਲਗਾ ਰਹੇ ਹੈਗੇ। ਉਹ ਸਾਰੀਆਂ ਚੀਜ਼ਾਂ ਅਸੀਂ ਬੱਚੇ ਨੂੰ ਪ੍ਰੈਕਟੀਕਲੀ ਐਕਟੀਵਿਟੀ ਬੇਸ ਪੜਾਵਾਂਗੇ। ਮਤਲਬ ਕਹਿਣ ਦਾ ਭਾਵ ਇਹ ਹੈਗਾ ਕਿ ਅਸੀਂ ਬੱਚੇ ਨੂੰ A ਫॉर ਐਪਲ ਪੜਾਵਾਂਗੇ, ਇਹਨਾਂ ਨੂੰ ਦਿਖਾਵਾਂਗੇ, ਕਿਉਂਕਿ ਕੀ ਹੁੰਦਾ ਕੀ ਹੈ ਕਿ ਮੰਨ ਲਓ ਬੱਚੇ ਨੂੰ ਅਸੀਂ ਕੋਈ ਚੀਜ਼ ਪੜਾ ਦਿੱਤੀ ਪਰ ਬੱਚੇ ਨੂੰ ਪਤਾ ਹੀ ਨਹੀਂ ਕਿ ਐਗਜ਼ੈਕਟ ਦੇ ਵਿੱਚ ਉਹ ਕਿੱਦਾਂ ਦੀ ਹੈਗੀ ਹੈ ਦੇਖਣ ਦੇ ਵਿੱਚ। ਤਾਂ ਮੇਜਰ ਕੀ ਹੈ ਕਿ ਜਦ ਅਸੀਂ ਬੱਚੇ ਨੂੰ ਵਿਜ਼ੂਅਲਾਈਜ਼ ਕਰਾਵਾਂਗੇ, ਪ੍ਰੈਕਟੀਕਲੀ ਪੜਾਵਾਂਗੇ ਤਾਂ ਉਹਦੀ ਰਿਟੇਨਿੰਗ ਪਾਵਰ ਜਿਹੜੀ ਉਹ ਜ਼ਿਆਦਾ ਹੋਏਗੀ। ਫਿਰ ਅਸੀਂ ਫੋਕਸ ਕੀਤਾ ਕਿ ਪ੍ਰੈਕਟੀਕਲ ਥਿੰਗਸ ਦੇ ਨਾਲ ਬੱਚੇ ਦੀ ਐਕਟੀਵਿਟੀਜ਼ 'ਤੇ ਧਿਆਨ ਦਿਆ ਜਾਵੇ। ਮੰਨ ਲਓ ਕਿ ਹੁਣ ਕੁਝ ਬੱਚਿਆਂ ਦਾ ਆਪਣੇ ਇਲਾਕੇ ਦੇਖਦੇ ਆ ਕਿ ਸ਼ੂਟਿੰਗ ਰੇਂਜ ਵੱਲ ਬਹੁਤ ਇੰਟਰਸਟ ਹੁੰਦਾ ਹੈਗਾ, ਪਰ ਕੋਈ ਸਕੂਲ ਸਾਡੇ ਇੱਥੇ ਨਹੀਂ ਦੇ ਰਿਹਾ। ਤੁਹਾਡੇ ਇਸ ਇਲਾਕੇ 'ਚ ਮੇਰੇ ਖਿਆਲ ਨਹੀਂ ਹੈ? ਨਹੀਂ ਹੈਗਾ। ਹਾਂ, ਰੁਦਰਪੁਰ ਸ਼ਾਇਦ ਹੈ ਮੇਰੇ ਖਿਆਲ ਨਾਲ, DPS। ਹਾਂਜੀ ਹਾਂਜੀ, ਉਹ ਰੁਦਰਪੁਰ ਹੈਗਾ, ਵੱਡੇ ਸ਼ਹਿਰਾਂ ਦੇ ਵਿੱਚ ਹੈਗਾ, ਸਾਡੇ ਛੋਟੇ ਸ਼ਹਿਰ ਉਹ ਬਹੁਤ ਇੱਥੋਂ ਦੀ ਬਹੁਤ ਦੂਰ ਹਾਂ, ਔਰ ਐਕਸਪੈਂਸਿਵ ਵੀ ਫਿਰ ਕਾਫੀ ਸਕੂਲ ਦਿੰਦੇ ਨੇ। ਤੇ ਅਸੀਂ ਇੱਕ ਸ਼ੂਟਿੰਗ ਰੇਂਜ ਹੈ, ਹਾਰਸ ਰਾਈਡਿੰਗ ਹੈ, ਸਵਿਮਿੰਗ ਪੂਲ ਹੈ, ਸਕੇਟਿੰਗ। ਅੱਛਾ, ਸਵਿਮਿੰਗ ਪੂਲ ਵੀ ਹੈਗਾ? ਹਾਂਜੀ, ਸਵਿਮਿੰਗ ਪੂਲ ਵੀ ਹੈਗਾ ਆ। ਉਹ ਵੀ ਸਾਡਾ ਜੋ ਇੰਟਰਨੈਸ਼ਨਲ ਪੈਟਰਨ ਹੈ ਉਸ ਤੇ ਸਾਰਾ ਸੈਟਅਪ ਹੈਗਾ ਆ। ਦੈਨ ਉਹਦੇ ਬਾਅਦ ਹਰ ਇੱਕ ਐਕਟੀਵਿਟੀ ਲਾਈਕ ਆਪਾਂ ਕਹਿ ਲਓ ਕਿ ਸਕੇਟਿੰਗ ਹੋ ਗਈ, ਬੱਚੇ ਦੀਆਂ ਜਿਮਨਾਸਟਿਕ ਐਕਟੀਵਿਟੀਜ਼ ਹੋ ਗਈਆਂ, ਉਹ ਸਾਰੀਆਂ ਹੀ ਅਸੀਂ ਸਕੂਲ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਇੰਡਲਜ ਕੀਤੀਆਂ ਨੇ। ਠੀਕ। ਅੱਛਾ, ਕਲਾਸ ਸ਼ੁਰੂਆਤ ਤੋਂ ਕਿੰਨੀਆਂ ਕਲਾਸਾਂ, ਕਿਹੜੀ ਕਲਾਸ ਤੋਂ ਕਿਹੜੀ ਕਲਾਸ ਤੱਕ ਹੈਗਾ? ਅਸੀਂ ਪਲੇ ਤੋਂ ਲੈ ਕੇ 8 ਤੱਕ ਅਸੀਂ ਅਜੇ ਐਡਮਿਸ਼ਨ ਲੈ ਰਹੇ ਹੈਗੇ ਆ। ਨੈਕਸਟ ਈਅਰ ਤੋਂ ਅਸੀਂ ਇਹਨੂੰ 10 ਤੱਕ ਅਪਗ੍ਰੇਡ ਕਰਾਂਗੇ। ਬਿਲਕੁਲ, ਮੈਨੂੰ ਇੱਥੇ ਪਤਾ ਕਿ ਇੱਥੇ ਗੁਰਦੁਆਰਾ ਵੀ ਬਣ ਰਿਹਾ ਸਕੂਲ ਦੇ ਵਿੱਚ। ਜੀ ਹਾਂ, ਜਿੱਦਾਂ ਕਿ ਆਪ ਜੀ ਨੇ ਹੁਣ ਨਾਮ ਸੁਣਿਆ ਹੀ ਹੈ ਕਿ ਏਕ ਓਮਕਾਰ ਗਲੋਬਲ। ਬਿਲਕੁਲ, ਏਕ ਓਮਕਾਰ ਮੇਰੇ ਖਿਆਲ ਨਾਲ ਨਾਮ ਤੋਂ ਹੀ ਦਿਸਦਾ ਹੈ ਕਿ ਖੈਰ ਸਿੱਖੀ ਇਹਦੇ ਚੋਂ ਝਲਕਦੀ ਹੈ। ਹਾਂਜੀ। ਤਾਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਅਸੀਂ ਗੁਰਦੁਆਰਾ ਸਾਹਿਬ ਵੀ ਇੱਕ ਸੈਟਅਪ ਕੀਤੇ ਨੇ, ਜੋ ਆਪਣੇ ਸਿੱਖ ਬੱਚੇ ਨੇ ਉਹ ਆ ਕੇ ਸਵੇਰੇ ਸ਼ਾਮ ਮੱਥਾ ਟੇਕਣ, ਗੁਰਮੁਖੀ ਦਾ ਗਿਆਨ ਲੈਣ, ਆਪਣਾ ਕੀਰਤਨ ਦਾ ਗਿਆਨ ਲੈਣ। ਉਹ ਵੀ ਅਸੀਂ ਕੀਰਤਨ ਵਗੈਰਾ ਵੀ ਜਦੋਂ ਬੱਚਾ ਚਾਹੇਗਾ। ਹਾਂਜੀ। ਈਵਨ ਅਸੀਂ ਹਿੰਦੂ ਬੱਚਿਆਂ ਲਈ ਵੀ ਸੰਸਕ੍ਰਿਤ, ਕਲਾਸੀਕਲ ਡਾਂਸ, ਜੋ ਉਹਨਾਂ ਦਾ ਸਾਰੇ ਧਰਮਾਂ ਨੂੰ ਅਸੀਂ ਬਰਾਬਰ ਲੈ ਕੇ ਚੱਲ ਰਹੇ ਕਿ ਕਿਸੇ ਨੂੰ ਨਾ ਹੋਵੇ ਕਿ ਮੇਰੇ ਲਈ ਜ਼ਿਆਦਾ ਹੈ ਉਹਦੇ ਲਈ ਘੱਟ ਹੈ। ਅਸੀਂ ਸਭ ਨੂੰ ਇਕੁਅਲੀ ਉਹ ਚੀਜ਼। ਸੰਗਤ ਜੀ, ਇਹ ਪੰਜਾਬ ਨਹੀਂ ਹੈ, ਲੇਕਿਨ ਪੰਜਾਬ ਨਾਲੋਂ ਘੱਟ ਵੀ ਨਹੀਂ ਹੈ। ਇਹਨੂੰ ਮਿਨੀ ਪੰਜਾਬ ਵੀ ਆਪਾਂ ਕਹਿੰਦੇ ਆ। ਵੇਖੋ, ਸਕੂਲ ਖੋਲਿਆ ਸਾਡੇ ਸਰਦਾਰ ਸਾਹਿਬ ਨੇ, ਏਕ ਓਮਕਾਰ
ਇੱਕ ਓਮਕਾਰ ਗਲੋਬਲ ਅਕੈਡਮੀ। ਗਲੋਬਲ ਅਕੈਡਮੀ ਦੇ ਨਾਮ ਤੋਂ ਗੁਰੂ ਘਰ ਵੀ ਇੱਥੇ ਬਣਾਇਆ ਹੋਇਆ, ਬਹੁਤ ਸੋਹਣਾ। ਬਿਲਕੁਲ ਜੀ। ਹੋਰ ਕੁਝ ਖਾਸ ਜਿਹੜੀ ਚੀਜ਼ਾਂ ਤੁਹਾਡੇ ਸਕੂਲ 'ਚ ਹੈਗੀਆਂ, ਜਿੱਦਾਂ ਤੁਸੀਂ ਕਹਿ ਸੀ ਐਪ ਦਾ ਵੀ ਤੁਸੀਂ? ਹਾਂਜੀ, ਅਸੀਂ ਆਪਣਾ ਹੀ ਖੁਦ ਦਾ ਇੱਕ ਕਸਟਮਾਈਜ਼ ਐਪ ਦੇ ਰਹੇ ਹਾਂ ਜੋ ਆਲਮੋਸਟ ਕੋਈ ਵੀ ਸਕੂਲ ਨਹੀਂ ਦਿੰਦਾ ਹੈਗਾ, ਜੋ ਗੂਗਲ ਪਲੇ ਤੋਂ ਡਾਊਨਲੋਡ ਹੋਏਗਾ। ਏਕ ਓਮਕਾਰ ਗਲੋਬਲ ਅਕੈਡਮੀ ਦੇ ਨਾਮ ਤੋਂ ਹੀ ਐਪ ਮਿਲੇਗਾ ਬੱਚੇ ਨੂੰ, ਜਿਹਦੇ ਵਿੱਚ ਜੋ ਕੰਟਰੋਲ ਹੈਗਾ ਆ ਉਹ ਪੈਰੈਂਟਸ ਕੋਲ ਵੀ ਰਹੇਗਾ ਕਿ ਬੱਚੇ ਦਾ ਹੋਮਵਰਕ ਕੀ ਹੈ, ਬੱਚੇ ਦੀਆਂ ਡੇ ਟੂ ਡੇ ਐਕਟੀਵਿਟੀਜ਼ ਕੀ ਹੋਈਆਂ, ਟੀਚਰ ਨਾਲ ਇੰਟਰੈਕਸ਼ਨ ਕਰਨਾ, ਉਹਦੇ ਵਿੱਚ ਹੀ ਚੈਟ ਬਾਕਸ ਹੋਏਗਾ। ਈਵਨ ਬੱਚੇ ਦਾ ਜੋ ਗੂਗਲ ਜੋ ਲਾਈਵ ਟਰੈਕਿੰਗ ਹੈਗਾ, ਕੋਈ ਵੀ ਨਹੀਂ ਦਿੰਦਾ ਆਪਣੇ ਇਲਾਕੇ ਦੇ ਵਿੱਚ, ਉਹ ਅਸੀਂ ਦੇ ਰਹੇ ਹੈਗੇ ਆ ਕਿ ਜਦ ਬੱਚਾ ਘਰੋਂ ਨਿਕਲਿਆ, ਘਰ ਦੇ ਬਾਅਦ ਉਹ ਜਦ ਤੱਕ ਘਰ ਨਹੀਂ ਪਹੁੰਚੇਗਾ, ਤੁਹਾਨੂੰ ਇੱਕ ਪ੍ਰੋਪਰ ਗੂਗਲ ਘਰ ਬੈਠੇ ਮਾਪੇ ਸਭ ਕੁਝ ਆਪਣੇ ਮੋਬਾਈਲ ਤੋਂ ਸਾਰਾ ਆਪਣੇ ਬੱਚੇ ਦੀ ਐਕਟੀਵਿਟੀ ਸਾਰੀ ਦੇਖ ਹਾਂਜੀ ਸਾਰੀ ਐਕਟੀਵਿਟੀ ਦੇਖ ਸਕਦੇ ਆ ਗੂਗਲ ਮੈਪ ਤੇ, ਉਹ ਲਾਈਵ ਬੱਚੇ ਨੂੰ ਟ੍ਰੇਸ ਕਰ ਸਕਦੇ ਆ। ਔਰ ਕੁਝ ਪੈਰੈਂਟਸ ਦੀ ਸ਼ਿਕਾਇਤ ਰਹਿੰਦੀ ਸੀ ਕਿ ਬੱਸ ਲੇਟ ਆ ਰਹੀ ਹੈ ਜਾਂ ਬੱਸ ਸਾਡੀ ਛੁੱਟ ਗਈ, ਉਹਦੇ ਲਈ ਵੀ ਅਸੀਂ ਸਾਰੀਆਂ ਜੋ ਸਮਾਰਟ ਬੱਸਸ GPS ਟਰੈਕਿੰਗ ਦੇ ਨਾਲ ਦੇ ਰਹੇ ਹਾਂ ਕਿ ਜੋ ਪੈਰੈਂਟਸ ਹੈਗਾ ਉਹ ਜਿਸ ਟਾਈਮ ਬੱਚੇ ਦਾ ਟਾਈਮਿੰਗ ਹੈਗੀ ਆਪਣੀ ਬੱਸ ਟ੍ਰੇਸ ਕਰ ਲੇਗਾ ਕਿ ਮੇਰੇ ਘਰ ਤੋਂ ਕਿੰਨੀ ਦੂਰ ਹੈ, ਮੇਰੇ ਸਟਾਪ ਤੋਂ ਕਿੰਨੀ ਦੂਰ ਤੇ ਬੱਸ ਹੈਗੀ ਹੈ, ਤੇ ਉਹ ਬੱਸ ਛੁੱਟਣ ਦਾ ਵੀ ਉਹ ਜਿਹੜਾ ਇੱਕ ਪੁਆਇੰਟ ਸੀਗਾ ਉਹ ਵੀ ਅਸੀਂ ਉਹਨੂੰ ਖਤਮ ਕਰ ਦਿੱਤਾ ਹੈਗਾ। ਸੋ ਸੰਗਤ ਜੀ, ਇਸ ਵੇਲੇ ਜਿਹੜਾ ਹੈਗਾ ਮੇਰੇ ਖਿਆਲ ਸ਼ਾਇਦ ਓਪਨਿੰਗ ਕਦੋਂ ਹੈਗੀ ਤੁਹਾਡੀ? ਓਪਨਿੰਗ ਅਸੀਂ 4 ਅਪ੍ਰੈਲ ਨੂੰ ਕਰ ਰਹੇ ਹਾਂ। 4 ਅਪ੍ਰੈਲ ਨੂੰ ਓਪਨਿੰਗ ਹੈ। ਭਾਈ ਸਾਹਿਬ, ਫੀਸ ਦਾ ਆਪਾਂ ਦੱਸ ਦਈਏ ਕਿ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਹੋਣੇ, ਫੀਸ ਤੁਸੀਂ? ਹਾਂਜੀ, ਕਿਉਂਕਿ ਐਡਾ ਵੱਡਾ ਇਨਫਰਾਸਟ੍ਰਕਚਰ ਦੇਖ ਕੇ, ਸਾਰੀ ਚੀਜ਼ਾਂ ਦੇਖ ਕੇ ਪਿੰਡ ਦੇ ਮਾਈਂਡ ਦੇ ਵਿੱਚ ਆਉਂਦਾ ਕਿ ਫੀਸ ਪਤਾ ਫੀਸ ਬਹੁਤ ਜ਼ਿਆਦਾ ਹੋਏਗੀ। ਫੀਸ ਦੀ ਅਗਰ ਅਸੀਂ ਗੱਲ ਕਰੀਏ ਤਾਂ ਅਸੀਂ ਬਹੁਤ ਹੀ ਨੋਮੀਨਲ ਫੀਸ ਰੱਖੀ ਹੈਗੀ ਹੈ ਕਿ ਅਗਰ ਆਪਾਂ ਗੱਲ ਕਰੀਏ ਕਿ ਜੋ ਐਨੂਅਲ ਚਾਰजेस ਹੈਗੇ ਆ ਉਹ ਅਸੀਂ ਖਤਮ ਕਰ ਦਿੱਤੇ ਆ। ਅੱਛਾ, ਐਨੂਅਲ ਚ ਸਾਰੇ ਖਤਮ ਕਰਤੇ? ਸਾਰੇ ਖਤਮ ਕਰ ਦਿੱਤੇ ਆ ਅਸੀਂ ਐਨੂਅਲ ਚਾਰजेस। ਤੇ ਰਜਿਸਟ੍ਰੇਸ਼ਨ ਵੀ ਮੈਂ ਸੁਣਿਆ ਕਿ 30 ਸ਼ਾਇਦ ਮਾਰਚ ਤੱਕ ਫ੍ਰੀ ਤੁਸੀਂ ਰੱਖਿਆ ਹੋਇਆ? ਬਿਲਕੁਲ ਹਾਂਜੀ, 30 ਮਾਰਚ ਤੱਕ ਕੋਈ ਵੀ ਬੱਚਾ ਸਾਡੇ ਕੋਲ, ਕੋਈ ਵੀ ਪੈਰੈਂਟਸ ਆਉਂਦਾ ਹੈਗਾ ਤਾਂ ਉਹਨੂੰ ਐਡਮਿਸ਼ਨ ਫੀਸ ਨਹੀਂ ਦੇਣੀ ਪਊਗੀ, ਸਿਰਫ ਰਜਿਸਟ੍ਰੇਸ਼ਨ ਫੀਸ ਪੇ ਕਰਕੇ ਆਪਣੇ ਬੱਚੇ ਦਾ ਐਡਮਿਸ਼ਨ ਕਰਾ ਸਕਦਾ ਹੈ। ਤੇ ਫੀਸ ਦਾ ਵੀ ਤੁਸੀਂ ਦੱਸ ਦਿਓ। ਫੀਸ ਦਾ ਵੀ ਅਸੀਂ ਜੋ ਹੈਗੀ ਹੈ ਫੀਸ, ਅਗਰ ਕੋਈ ਵੀ ਪੈਰੈਂਟ ਅਗਰ ਕੰਪੇਅਰ ਕਰੇ ਤਾਂ ਕੋਈ ਵੀ ਇੱਕ ਵੱਡਾ ਸਕੂਲ ਜੋ ਇੰਨੀਆਂ ਫੈਸਿਲਿਟੀਜ਼ ਦੇ ਰਿਹਾ ਉਹਦੇ ਨਾਲੋਂ ਅਸੀਂ ਬਹੁਤ ਘੱਟ ਰੱਖੀ। ਅਗਰ ਗੱਲ ਕਰੀਏ ਕਿ ਨਰਸਰੀ ਦੀ, ਤਾਂ ਨਰਸਰੀ ਦੀ ਅਸੀਂ ਸਿਰਫ 2100 ਰੁਪਏ ਫੀਸ ਰੱਖੀ ਮਾਤਰ ਇਨਕਲੂਡਿੰਗ ਆਲ ਦੀ ਚਾਰजेस। ਉਹਦੇ ਬਾਅਦ ਕੋਈ ਵੀ ਉਹਨੂੰ ਬੱਚੇ ਨੂੰ ਐਕਸਟਰਾ ਚਾਰਜ ਨਹੀਂ। 2100 ਰੁਪਏ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਵਰਲਡ ਕਲਾਸ ਲੈਵਲ ਦੀ ਆਪਾਂ ਤੇ ਐਜੂਕੇਸ਼ਨ ਦੇ ਸਕਦੇ ਨੇ, ਪੂਰਾ ਉਹਦਾ ਐਕਸਪੀਰੀਅੰਸ ਲੈ ਸਕਦੇ ਨੇ, ਕਹਿ ਸਕਦੇ। ਹਾਂਜੀ, ਕਿਉਂਕਿ ਬਲੇਸਿੰਗ ਹੈਗੀ ਹੈ ਬਾਬਾ ਭਗਤ ਜੀ ਦੀ, ਤੇ ਉਹਨਾਂ ਦਾ ਵੀ ਇੱਕ ਇਹ ਡ੍ਰੀਮ ਪ੍ਰੋਜੈਕਟ ਸੀਗਾ ਕਿ ਆਪਣੇ ਇਲਾਕੇ ਦੇ ਵਿੱਚ ਕਿ ਹਰ ਤਬਕੇ ਦਾ ਇੰਨੇ ਘੱਟ ਪੈਸੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਸਰਵਾਈਵ ਕਰ ਸਕਦੇ ਹੋ? ਦੇਖੋ, ਸਰਵਾਈਵ ਉਹੀ ਹੁੰਦਾ, ਇੱਕ ਹੁੰਦਾ ਹੈ ਕਿ ਆਪਾਂ ਸਿਰਫ ਨੰਬਰ ਆਫ ਸਟੂਡੈਂਟਸ ਜਿੰਨੇ ਸਾਡੇ ਕੋਲ ਵਧਣਗੇ ਉਹਦੇ ਨਾਲ ਹੀ ਸਾਡੇ ਸਾਰੇ ਖਰਚੇ ਪੂਰੇ ਹੋਣਗੇ। ਤੇ ਮੇਜਰ ਇਹ ਹੁੰਦਾ ਕਿ ਸਾਡਾ ਮੋਟਿਵ ਪਹਿਲਾਂ ਇਹ ਹੈਗਾ ਕਿ ਹਰ ਤਬਕੇ ਦੇ ਬੱਚੇ ਨੂੰ ਐਜੂਕੇਸ਼ਨ ਮਿਲ ਸਕੇ, ਕਿ ਇੱਕ ਮਿਡਲ ਕਲਾਸ ਬੱਚਾ ਵੀ ਔਰ ਇੱਕ ਹਾਇਰ ਕਲਾਸ ਬੱਚਾ ਵੀ ਦੋਨੋਂ ਐਜੂਕੇਸ਼ਨ ਲੈ ਸਕਣ। ਕਿਉਂਕਿ ਮੇਜਰਲੀ ਹੁੰਦਾ ਕਿ ਇਹ ਹਾਇਰ ਕਲਾਸ ਬੰਦਾ ਤਾਂ ਅਫੋਰਡ ਕਰ ਲੈਂਦਾ ਹੈ ਕਿ ਉਹ ਵੱਡੇ ਸਕੂਲਾਂ 'ਚ ਪੜ੍ਹਾ ਲੇ, ਸਾਰੀ ਫੈਸਿਲਿਟੀਜ਼ ਦੇ ਲੇ, ਪਰ ਇੱਕ ਜੋ ਮਿਡਲ ਕਲਾਸ ਬੰਦਾ ਹੈ ਉਹਨੂੰ ਨਹੀਂ ਅਫੋਰਡ ਕਰ ਪਾਉਂਦਾ। ਤਾਂ ਅਸੀਂ ਜੋ ਫੀਸ ਸਟਰਕਚਰ ਹੈਗਾ ਉਹ ਮਿਡਲ ਕਲਾਸ ਨੂੰ ਸੋਚ ਕੇ ਰੱਖਿਆ ਕਿ ਹਰ ਬੰਦਾ ਜਿਹੜਾ ਹੈਗਾ ਇਹਨੂੰ ਅਫੋਰਡ ਕਰ ਸਕੇ। ਟੀਚਰਸ ਤੁਹਾਡੇ ਕੋਲ ਲੋਕਲ ਦੇ ਹੈਗੇ, ਬਾਹਰ ਦੇ ਹੈਗੇ? ਸਰ, ਟੀਚਰ ਜਿੰਨੇ ਵੀ ਐਕਸਪਰਟ ਸਬਜੈਕਟ ਟੀਚਰਸ ਹੁੰਦੇ ਨੇ ਉਹ ਸਾਰੇ ਹੀ ਸਾਡੇ ਕੋਲ ਕੇਰਲਾ, ਗੱਲ ਕਰੀ ਕੇਰਲਾ, ਛੱਤੀਸਗੜ੍ਹ, ਮਹਾਰਾਸ਼ਟਰ, ਕੋਲਕਾਤਾ, ਇਸ ਸਾਈਡ ਦੇ ਟੀਚਰਸ ਨੇ। ਬਿਕੋਜ਼ ਕੀ ਹੁੰਦਾ ਕਿ ਅਗਰ ਸਬਜੈਕਟਿਵ ਦੀ ਗੱਲ ਕਰੀਏ, ਸਬਜੈਕਟਿਵ ਨੌਲੇਜ ਹੁੰਦੀ ਹੈ, ਬਟ ਪੜਾਉਣ ਦਾ ਢੰਗ ਤੇ ਉਹਨੂੰ ਪ੍ਰੈਕਟੀਕਲੀ ਕਿੱਦਾਂ ਪੜਾਉਣਾ ਹੈ, ਉਹ ਸਾਰੇ ਟੀਚਰ ਆਪਾਂ ਸਾਊਥ ਤੋਂ ਹੀ ਹਾਇਰ ਕੀਤੇ ਨੇ। ਹੋਰ ਕੋਈ ਨਿਵੇਕਲੀ ਜਾਣਕਾਰੀ ਜੋ ਸਾਡੇ ਦਰਸ਼ਕਾਂ ਨੂੰ ਤੁਸੀਂ ਦੇਣਾ ਚਾਹੋ, ਦੇ ਸਕਦੇ ਹੋ? ਸਭ ਤੋਂ ਬੈਸਟ ਚੀਜ਼ ਇਹੀ ਹੈ ਕਿ ਅਸੀਂ ਕੋਸ਼ਿਸ਼ ਉਹੀ ਹੈ ਅਗੇਨ ਕਿ ਜਿੰਨੇ ਵੀ ਐਡਮਿਸ਼ਨ ਲੈ ਰਹੇ ਆ ਉਹ ਸਾਰੇ ਬੱਚਿਆਂ ਨੂੰ ਅਸੀਂ ਪਹਿਲਾਂ ਹੀ ਚੈੱਕ ਕਰਦੇ ਹਾਂ ਕਿ ਬੱਚੇ ਦਾ ਲੈਵਲ ਕੀ ਹੈ, ਉਹਨੂੰ ਕਿੰਨੀਆਂ ਐਕਟੀਵਿਟੀਜ਼ ਅਲਾਟ ਕਰਨੀਆਂ। ਹੁੰਦਾ ਕੀ ਹੈਗਾ ਕਿ ਨਾਰਮਲੀ ਸਕੂਲਾਂ ਦੇ ਵਿੱਚ ਪੜਾਇਆ ਜ਼ਰੂਰ ਜਾਂਦਾ ਹੈਗਾ ਆ, ਤੇ ਹੁੰਦਾ ਕੀ ਹੁਣ ਆਪਾਂ ਕੋਈ ਚੈਪਟਰ ਬੱਚੇ ਨੂੰ ਐਕਸਪਲੇਨ ਕਰਨਾ ਹੈ ਤੇ ਹਰ ਸਕੂਲ ਦੇ ਵਿੱਚ ਸਮਾਰਟ ਕਲਾਸਿਸ ਹੈ ਬਟ ਯੂਜ਼ ਨਹੀਂ ਹੁੰਦੀਆਂ। ਤਾਂ ਸਾਡੀ ਹਰ ਇੱਕ ਟੀਚਰ ਜਦ ਹਾਇਰ ਕਰਨ ਦੇ ਟਾਈਮ ਤੇ ਉਹਨਾਂ ਨੂੰ ਇੱਕ ਹੀ ਚੀਜ਼ ਕਲੀਅਰ ਕੀਤੀ ਗਈ ਹੈ ਕਿ ਬੱਚੇ ਨੂੰ ਜੋ ਚੈਪਟਰ ਪੜਾਉਣਾ ਬੁੱਕਸ ਨਾਲ ਨਹੀਂ ਪੜਾਉਣਾ, ਤੁਸੀਂ ਪ੍ਰੈਕਟੀਕਲੀ ਉਹਨਾਂ ਨੂੰ ਚਾਹੇ ਫੀਲਡ 'ਚ ਲਿਜਾ ਕੇ ਸਮਝਾਓ। ਤੁਸੀਂ ਮੰਨ ਲਓ ਰੈੱਡ, ਆਰ ਫॉर ਰੈੱਡ ਪੜਾਉਣਾ ਬੱਚੇ ਨੂੰ, ਕਲਰਸ ਪੜਾਉਣੇ ਆ, ਤੇ ਕਲਰਸ ਦਾ ਤੁਸੀਂ ਪ੍ਰੈਕਟੀਕਲੀ ਉਹਨਾਂ ਨੂੰ ਸਮਝਾਉਣਾ ਹੈ। ਤੇ ਛੋਟੇ ਬੱਚਿਆਂ ਲਈ ਅਸੀਂ ਸਭ ਤੋਂ ਅੱਛੀ ਚੀਜ਼ ਕੀਤੀ ਹੈ ਕਿ ਸਾਡਾ ਪਿੱਛੇ ਗਰਾਊਂਡ ਹੈ 3 ਏਕੜ ਦਾ, ਜੋ ਸਭ ਤੋਂ ਵੱਡਾ ਗਰਾਊਂਡ। ਕਿਹੜਾ 3 ਏਕੜ ਦਾ? 3 ਗਰਾਊਂਡ ਹੀ ਬਹੁਤ ਵੱਡਾ ਹੈਗਾ। ਉਹਦੇ ਵਿੱਚ ਅਸੀਂ ਇੱਕ ਪਿਟ ਸੈਕਸ਼ਨ ਦਿੱਤਾ ਹੈਗਾ ਜਿੱਥੇ ਸੈਂਡ ਪਿਟਸ ਨੇ, ਠੀਕ ਹੈ, ਆਪਣੇ ਕਲੇ ਦੇ ਸੈਕਸ਼ਨ ਨੇ, ਜੋ ਇੰਟਰਨੈਸ਼ਨਲ ਬਾਹਰ ਕੰਟਰੀਜ਼ ਦੇ ਵਿੱਚ ਹੁੰਦਾ ਹੈਗਾ। ਤਾਂ ਅਸੀਂ ਉਹ ਬੱਚਿਆਂ ਨੂੰ, ਜੋ ਛੋਟੇ ਬੱਚੇ ਆ, ਉਹਨਾਂ ਨੂੰ ਸੈਂਡ ਦੇ ਵਿੱਚ ਬਿਠਾ ਕੇ ਉਹਨਾਂ ਦਾ ਜੋ ਰਾਈਟਿੰਗ ਹੈਗੀ ਆ ਉਹ ਇੰਪਰੂਵ ਕਰਾਵਾਂਗੇ। ਉਹਨਾਂ ਨੂੰ ਉੱਥੇ ਪ੍ਰੈਕਟੀਕਲੀ ਸਾਰੀ ਚੀਜ਼ਾਂ ਕਰਾਵਾਂਗੇ। ਮਕੈਨੀਕਲ ਗੇਮਸ ਹੋ ਗਏ ਨੇ, ਲੀਗੋ ਗੇਮਸ ਹੋ ਗਏ ਨੇ, ਈਵਨ ਅਸੀਂ ਸੈਂਸਰੀ ਪਾਥ ਫਲੋਰ ਦੇ ਵਿੱਚ ਇੰਸਟਾਲ ਕਰ ਰਹੇ ਹਾਂ। ਸੈਂਸਰੀ ਪਾਥ ਦਾ ਮਤਲਬ ਹੁੰਦਾ ਕਿ ਉਹਦੇ ਵਿੱਚ ABCD ਲਿਖੀ ਹੋਏਗੀ। ਜਾਂ ਬੱਚਾ ਜਾਏਗਾ ਕਿਤੇ ਬਾਹਰ ਜਾ ਰਿਹਾ ਹੈ ਜਾਂ ਟੀਚਰ ਲੈ ਕੇ ਜਾਏਗਾ ਤਾਂ ਸੈਂਸਰੀ ਪਾਥ ਦੇ ਉੱਪਰ ਉਹਨੂੰ ਵਾਕ ਕਰਾ ਕੇ ਲੈ ਕੇ ਜਾਏਗਾ, ਤਾਂ ਬੱਚਾ ਜਦ A ਤੇ ਪੈਰ ਰੱਖੇਗਾ ਤਾਂ ਉਹਨੂੰ ਪਤਾ ਲੱਗੇਗਾ ਕਿ ਇਹ A ਹੈ।
ਤੇ ਬੀ ਹੈ ਉਹਨੂੰ ਪ੍ਰੈਕਟੀਕਲੀ ਮਤਲਬ ਉਹਨੂੰ ਖਿਲਾ ਕੇ ਪੜਾਵਾਂਗੇ ਅਸੀਂ ਲਰਨਿੰਗ ਵਿਦ ਫਨ ਦਾ ਜੋ ਇੱਕ ਟੈਗਲਾਈਨ ਦਿੱਤੀ ਹੈ ਕਿ ਉਹਨੂੰ ਅਸੀਂ ਲਰਨਿੰਗ ਵੀ ਕਰਾਵਾਂਗੇ ਔਰ ਫਨ ਵੀ ਕਰਾਵਾਂਗੇ ਬੱਚੇ ਨੂੰ। ਸੋ ਸੰਗਤ ਜੀ, ਜੇ ਕਾਸ਼ੀਪੁਰ ਦੇ ਇਲਾਕੇ 'ਚ ਤੁਸੀਂ ਵਸਦੇ ਹੋ ਤੇ ਆਪਣੇ ਬੱਚੇ ਦਾ ਐਡਮਿਸ਼ਨ ਕਰਾਉਣ ਨੂੰ ਸੋਚ ਰਹੇ ਹੋ ਕਿਤੇ, ਇੱਕ ਵਾਰ ਤੁਸੀਂ ਇੱਥੇ ਵਿਜ਼ਿਟ ਕਰਕੇ ਜ਼ਰੂਰ ਆਇਓ, ਕਿਉਂਕਿ ਮੈਂ ਇੱਥੇ ਜਿਹੜੇ ਵਿਜ਼ਿਟ ਕਰਕੇ ਆਇਆ ਮੈਂ ਉਹਨਾਂ ਦਾ ਵਿਊ ਵੀ ਲਿਆ, ਉਹਨਾਂ ਨੇ ਆਪਣਾ ਜਿਹੜਾ ਐਕਸਪੀਰੀਅੰਸ ਹੈ ਬਹੁਤ ਵਧੀਆ ਦੱਸਿਆ। ਸੋ ਸਪੈਸ਼ਲ ਸਾਡੀ ਟੀਮ ਅੱਜ ਇੱਥੇ ਪਹੁੰਚੀ ਹੈ ਤੇ ਜਦੋਂ ਇਹਦੀ ਓਪਨਿੰਗ ਹੋਏਗੀ ਇਸ ਸਕੂਲ ਦੀ ਉਦੋਂ ਵੀ ਅਸੀਂ ਆਵਾਂਗੇ ਤੇ ਜਦੋਂ ਰੈਡੀ ਹੋ ਜਾਏਗਾ, ਅੰਦਰ ਅਜੇ ਜਿਹੜਾ ਹੈਗਾ ਅਜੇ ਅੰਡਰ ਕੰਸਟਰਕਸ਼ਨ ਕੰਮ ਹੈਗਾ ਓਪਨਿੰਗ, ਲੇਕਿਨ ਸਾਰੇ ਮਿਸਤਰੀ ਜਿਹੜੇ ਹੈਗੇ ਨੇ ਉਹ ਲੱਗੇ ਹੋਏ ਨੇ, ਯੁੱਧ ਸਰ ਤੇ ਕੰਮ ਜਾਰੀ ਹੈਗਾ ਆ। ਸੋ ਭਾਜੀ ਜਾਂਦੇ ਕੁਝ ਘੱਟ ਸ਼ਬਦਾਂ 'ਚ ਕੁਝ ਹੋਰ ਕਹਿਣਾ ਚਾਹੋ ਤਾਂ? ਮੈਂ ਸਭ ਨੂੰ ਪਹਿਲਾਂ ਤਾਂ ਇਹ ਰਿਕੁਐਸਟ ਕਰਾਂਗਾ ਕਿ ਪਹਿਲਾਂ ਆਪ ਜੀ ਵਿਜ਼ਿਟ ਕਰੋ ਸਾਰੇ ਜਣੇ, ਫਿਰ ਆਪਣਾ ਡਿਸੀਜਨ ਲਓ ਕਿ ਬੱਚੇ ਦੀ ਟਰਾਂਸਪੋਰਟੇਸ਼ਨ ਕਿੰਨੀ, ਟ੍ਰਾਂਸਪੋਰਟੇਸ਼ਨ ਅਸੀਂ 20 ਕਿਲੋਮੀਟਰ ਦੇ ਏਰੀਆ ਸਾਰੇ ਹੋਸਟਲ ਫੈਸਿਲਿਟੀ ਵੀ ਹੈ? ਹਾਂਜੀ ਹੋਸਟਲ ਫੈਸਿਲਿਟੀ ਦੇ ਰਹੇ, ਬਿਕੋਜ਼ ਸਾਡੇ ਕੋਲ ਕਾਫੀ ਕੁਆਰੀਜ਼ ਦਿੱਲੀ, ਨੋਇਡਾ, ਗੁੜਗਾਉਂ, ਈਵਨ ਸਾਡੇ ਕੋਲ ਕੁਝ ਹੋਸਟਲ ਦੇ ਵਿੱਚ ਅੱਜ ਹੀ ਐਡਮਿਸ਼ਨ ਹੋਏ ਨੇ ਨਕਲਊ ਤੋਂ, ਤੇ ਕਾਫੀ ਕੁਆਰੀਜ਼ ਹੈਗੀਆਂ ਨੇ। ਅਸੀਂ ਹੋਸਟਲ ਦੇ ਰਹੇ ਹਾਂ ਗਰਲਜ਼ ਦਾ ਬॉयਜ਼ ਦਾ ਸੈਪਰੇਟ, ਔਰ ਹੋਸਟਲ ਦੀ ਫੀਸ ਵੀ ਅਸੀਂ ਨੋਮੀਨਲ ਜੀ ਰੱਖੀ ਹੈਗੀ ਆ। ਅਗਰ ਆਹੀ ਗੱਲ ਕਰੀਏ, ਸਾਡੇ ਕੋਲ ਅੱਜ 2 ਬੱਚੇ ਸ਼ੇਰਵੁੱਡ ਦੇ ਐਡਮਿਸ਼ਨ ਹੋਏ ਨੇ, ਉਹਨਾਂ ਦਾ ਇਹੀ ਸੀਗਾ ਇਸ਼ੂ ਸੀਗਾ, ਉਹ ਸਿੱਖ ਪਰਿਵਾਰ ਤੋਂ ਸੀਗੇ ਕਿ ਉਹਨਾਂ ਦੇ ਬੱਚਿਆਂ ਦੀ ਦਸਤਾਰ ਨਹੀਂ ਸੀ ਸਜਾ ਪਾਉਂਦੇ, ਟੇਕ ਕੇਅਰ ਨਹੀਂ ਸੀ ਹੋ ਪਾਉਂਦੀ। ਤਾਂ ਬੀਇੰਗ ਸਰਦਾਰ, ਬੀਇੰਗ ਸਿੱਖ, ਸਾਨੂੰ ਪਤਾ ਕਿ ਕਿੱਦਾਂ ਬੱਚੇ ਦੀ ਟੇਕ ਕੇਅਰ ਹੋਣੀ ਹੈ। ਹਾਂ, ਤਾਂ ਅਸੀਂ ਇੱਕ ਹੋਸਟਲ ਦੀ ਫੀਸ ਵੀ 60,000 ਈਅਰਲੀ ਰੱਖੀ ਹੈਗੀ ਹੈ, ਜੋ ਮੈਂ ਕਹਿੰਦਾ ਕਿਸੇ ਵੀ ਹੋਸਟਲ ਦੀ ਫੀਸ ਨਹੀਂ ਹੈਗੀ ਆ। ਅਸੀਂ ਇੱਕ ਨੋਮੀਨਲ ਜੀ ਫੀਸ ਤੇ ਸਾਰੀਆਂ ਜੋ ਵਰਲਡ ਕਲਾਸ ਫੈਸਿਲਿਟੀਜ਼ਾਂ ਬੱਚਿਆਂ ਨੂੰ ਅਵੇਲ ਕਰਾ ਰਹੇ ਹਾਂ। ਸੋ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜੇ ਹੋਏ ਸੀ ਸੁਖਵਿੰਦਰ ਸਿੰਘ ਜੀ, ਜਿਹੜਾ ਏਕ ਓਮਕਾਰ ਵਰਲਡ ਅਕੈਡਮੀ ਗਲੋਬਲ ਅਕੈਡਮੀ ਦੇ ਓਨਰ ਹੈਗੇ ਆ, ਸਾਡੇ ਨਾਲ ਜੁੜੇ ਹੋਏ ਸੀ। ਪੂਰੀ ਜਾਣਕਾਰੀ ਇਹਨਾਂ ਨੇ ਸਾਂਝੀ ਕੀਤੀ ਹੈ। ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਉੱਤਰਾਖੰਡ ਅਤੇ ਯੂਪੀ ਦੀਆਂ ਜਿਹੜੀਆਂ ਵੀ ਪੰਜਾਬੀ ਐਕਟੀਵਿਟੀ ਹੁੰਦੀਆਂ ਸਾਡੇ ਇਸ ਪਲੇਟਫਾਰਮ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਸਾਂਝੀ ਕਰਦੇ ਹਾਂ। ਸੋ ਬਹੁਤ ਚਰਚਾ ਵਿੱਚ ਸੀ ਸਕੂਲ, ਬਹੁਤ ਤਾਰੀਫ ਸੁਣੀ ਸੀ, ਸਪੈਸ਼ਲ ਅਸੀਂ ਪਹੁੰਚੇ ਹਾਂ। ਭਾਈ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ, ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਤਫਸੀਲ ਦੇ ਨਾਲ ਦਿੱਤੀ ਹੈ। ਸੋ ਗੁਰਫਤਿਹ ਦੀ ਸਾਂਝ ਕਰਕੇ ਇੱਥੇ ਸਮਾਪਤ ਕਰਦੇ ਹਾਂ, ਤੇ ਜਦੋਂ ਇਹਦੀ ਓਪਨਿੰਗ ਹੋਏਗੀ ਉਦੋਂ ਵੀ ਅਸੀਂ ਆ ਕੇ ਸਾਰੇ ਦਰਸ਼ਕਾਂ ਨੂੰ ਇਹਦੀ ਸਾਰੀ ਜਿਹੜੀ ਐਕਟੀਵਿਟੀ ਸਾਰੀਆਂ ਦਿਖਾਵਾਂਗੇ। ਅਸੀਂ ਇਨਵਾਈਟ ਕਰਨਾ ਚਾਹਾਂਗੇ ਸਾਰੀ ਸੰਗਤਾਂ ਨੂੰ, 4 ਅਪ੍ਰੈਲ ਨੂੰ ਸਾਡੀ ਓਪਨਿੰਗ ਹੈ, ਤੇ ਆਪ ਜੀ ਜ਼ਰੂਰ ਵਿਜ਼ਿਟ ਕਰੋ, ਜ਼ਰੂਰ ਇੱਕ ਵਾਰ ਸਾਡਾ ਸਾਰਾ ਸਿਸਟਮ ਜਿਹੜਾ ਹੈਗਾ ਜਾਂ ਐਜੂਕੇਸ਼ਨ ਹੈ, ਰਿਸਰਚ ਹੈ, ਸਾਡੇ ਟੀਚਰਾਂ ਨੂੰ ਮਿਲੋ, ਸਾਡੇ ਪ੍ਰਿੰਸੀਪਲਸ ਨੂੰ ਮਿਲੋ, ਤੇ ਤੁਹਾਨੂੰ ਪਤਾ ਲੱਗੇਗਾ ਕਿ ਜੋ ਹੁਣ ਤੱਕ ਆਪਾਂ ਪੜ੍ਹਦੇ ਆ ਰਹੇ ਹਾਂ ਔਰ ਅੱਗੇ ਫਿਊਚਰਿਸਟਿਕ ਐਜੂਕੇਸ਼ਨ ਕੀ ਹੈ, ਮੇਜਰ ਕੀ ਹੈ। ਕਿ ਅਗਰ ਆਪਾਂ ਹੁਣ 10 ਸਾਲ ਦੀ ਗੱਲ ਕਰੀਏ ਤਾਂ ਜਿਹੜਾ ਬੱਚਾ ਅੱਜ ਪੜ੍ਹ ਰਿਹਾ ਉਹਨੇ 10 ਸਾਲ ਬਾਅਦ ਕੰਪੀਟੀਸ਼ਨ 'ਚ ਬੈਠਣਾ ਹੈਗਾ ਆ, ਤਾਂ ਉਹਨੂੰ ਅਸੀਂ ਤਿਆਰੀ ਉਸ ਲੈਵਲ ਦੀ ਕਰਾ ਰਹੇ ਹਾਂ ਜਦ ਉਹਨੇ 10 ਸਾਲ ਦੇ ਕੰਪੀਟੀਸ਼ਨ 'ਚ ਅੱਗੇ ਜਾ ਕੇ ਬੈਠਣਾ ਹੈਗਾ, ਤਾਂ ਉਸ ਲਾਇਕ ਉਹ ਤਿਆਰ ਹੋਵੇ। ਵੈਰੀ ਗੁੱਡ। ਸੋ ਇੱਕ ਵਾਰ ਮੈਂ ਫੇਰ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।